ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਵਾਂ ਮੋੜਾ ਪੰਜਾਬ ਭਾਜਪਾ ਨੇ ਬਦਲੀ ਨੀਤੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ, ਉਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ ਤੇ ਦੂਜੇ ਪਾਸੇ ਪਿੰਡਾਂ ਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਦਾ ਵਿਰੋਧ ਜਿਹੜਾ ਹੈਗਾ ਲਗਾਤਾਰ ਵਧਣ ਲੱਗਿਆ। ਪਹਿਲਾਂ ਜੇਕਰ ਅਸੀਂ ਦੇਖੀਏ ਤਾਂ ਭਾਜਪਾ ਦਾ ਵਿਰੋਧ ਪਹਿਲੇ ਦਿਨ ਤੋਂ ਹੋ ਰਿਹਾ ਸੀ, ਪਰ ਹੁਣ ਪੇਂਡੂ ਲੋਕਾਂ ਵੱਲੋਂ ਸਾਰੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਘੇਰਿਆ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਇਹ ਪੇਂਡੂ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਇਸ ਟਾਈਮ। ਦੇਖੋ, ਵੈਸੇ ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਜਦੋਂ ਤੋਂ ਪੰਜਾਬ ਦੇ ਲੋਕ ਦਿੱਲੀ ਵੱਲ ਨਿਕਲੇ ਨੇ, ਉਦੋਂ ਤੋਂ ਹੀ ਜਿਹੜੇ ਪੰਜਾਬ ਦੇ ਭਾਜਪਾ ਦੇ ਆਗੂ ਜਾਂ ਸੈਂਟਰ ਦੇ ਭਾਜਪਾ ਦੇ ਆਗੂ ਨੇ, ਉਹਨਾਂ ਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਔਰ ਉਸ ਤੋਂ ਬਾਅਦ ਹਰਿਆਣਾ ਦੇ ਪਿੰਡਾਂ ਦੇ ਵਿੱਚ ਦਾਖਲ ਹੋਣਾ ਹੀ ਜਿਹੜਾ ਦੁੱਬਰ ਕਿਸਾਨਾਂ ਨੇ ਕਰ ਦਿੱਤਾ ਸੀਗਾ। ਪਰ ਜਿਹੋ ਜਿਹਾ ਵਰਤਾਰਾ ਪਿਛਲੇ 2-3 ਹਫ਼ਤਿਆਂ ਤੋਂ ਸਾਨੂੰ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਪਿੰਡਾਂ ਦੇ ਵਿੱਚ, ਖਾਸ ਕਰਕੇ ਕਿਉਂਕਿ ਪੰਜਾਬ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਉਹ ਬਹੁਤ ਨੇੜੇ ਆ ਗਈਆਂ ਨੇ ਅਤੇ ਸਾਡੇ ਪੋਲੀਟੀਕਲ ਲੋਕਾਂ ਨੂੰ ਵੀ ਇਸ ਗੱਲ ਦਾ ਫਿਕਰ ਪਿਆ ਹੈ ਕਿ ਉਹ ਛੇਤੀ ਤੋਂ ਛੇਤੀ ਜਿਹੜਾ ਪਿੰਡਾਂ ਦੇ ਵਿੱਚ ਆਪਣਾ ਆਧਾਰ ਹੈ ਜਿਹੜਾ, ਜਾਂ ਲੋਕਾਂ ਦਾ ਜਿਹੜਾ ਮੂਡ ਹੈ, ਉਸ ਨੂੰ ਭਾਪ ਲੈਣ ਜੀ। ਤਾਂ ਹਰ ਪਾਰਟੀ ਇਸ ਪਾਸੇ ਹੁਣ ਤੁਰੀ ਹੈ ਵੋਟਾਂ ਦੀ ਖਾਤਰ। ਤਾਂ ਪੰਜਾਬ ਦੇ ਵਿੱਚ ਜਿਹੜਾ ਟਰੈਂਡ ਹੁਣ ਉੱਭਰ ਕੇ ਸਾਹਮਣੇ ਆ ਰਿਹਾ ਹੈ ਔਰ ਬੜਾ ਤੇਜ਼ੀ ਨਾਲ ਉੱਭਰਿਆ, ਔਰ ਬੜੇ ਲੰਬੇ ਅਰਸੇ ਬਾਅਦ ਇਸ ਕਿਸਮ ਦਾ ਸਾਨੂੰ ਜਿਹੜਾ ਦ੍ਰਿਸ਼ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੀ। ਕਿ ਜਿਵੇਂ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਜੂਹਾਂ ਦੇ ਵਿੱਚ ਫਲੈਕਸ ਲੱਗ ਰਹੇ ਨੇ ਔਰ ਉਹਨਾਂ ਦੇ ਕੰਧਾਂ ਦੇ ਉੱਪਰ ਪੋਸਟਰ ਲਾਏ ਜਾ ਰਹੇ ਨੇ, ਔਰ ਕਿਤੇ ਸਿਆਸਤਦਾਨਾਂ ਦੀ ਘੇਰਾਬੰਦੀ ਦਾ ਕੰਮ ਚੱਲ ਰਿਹਾ ਹੈ, ਔਰ ਕਿਤੇ ਸਿਆਸਤਦਾਨਾਂ ਨੂੰ ਜਿਹੜੇ ਕਾਲੇ ਝੰਡੇ ਦਿਖਾਏ ਜਾ ਰਹੇ ਨੇ ਜੀ। ਤਾਂ ਇਹ ਰੁਝਾਨ ਹੈ ਉਹ ਸਾਡੇ ਸਿਆਸਤਦਾਨਾਂ ਨੂੰ ਖਬਰਦਾਰ ਕਰ ਰਿਹਾ ਹੈ ਔਰ ਸਾਡੇ ਪੰਜਾਬ ਲਈ ਇੱਕ ਨਵੀਂ ਸਵੇਰ ਦਾ ਜਿਹੜਾ ਸੂਚਕ ਹੈ ਉਹ ਬਣ ਰਿਹਾ ਹੈ। ਔਰ ਪੰਜਾਬ ਦੇ ਲੋਕ ਇਸ ਗੱਲੋਂ ਖੁਸ਼ ਨੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਇਸ ਕਿਸਮ ਦੇ ਰੁਝਾਨ ਜਾਂ ਪੈਂਤੜੇ ਲੋਕਾਂ ਵੱਲੋਂ ਲਏ ਜਾਂਦੇ ਸੀ, ਉਹ ਬਹੁਤ ਥੋੜ੍ਹੇ ਪਿੰਡਾਂ ਤੱਕ ਸੀਮਿਤ ਹੁੰਦੇ ਸੀ ਔਰ ਬਹੁਤ ਛੋਟੇ ਮਸਲਿਆਂ ਤੱਕ ਸੀਮਿਤ ਹੁੰਦੇ ਸੀ ਜੀ। ਕਿਉਂਕਿ ਹੁਣ ਪੰਜਾਬ ਸਾਡਾ ਐਗਰੀਕਲਚਰ ਸਟੇਟ ਹੈ ਔਰ ਪੰਜਾਬ ਦਾ ਜਿਹੜਾ ਹਰ ਘਰ ਹੈ, ਜਿਹੜਾ ਚਾਹੇ ਉਹ ਸ਼ਹਿਰੀ ਹੈ ਚਾਹੇ ਪੇਂਡੂ ਹੈ, ਡਾਇਰੈਕਟਲੀ ਇਨਡਾਇਰੈਕਟਲੀ ਇਸ ਦੇ ਨਾਲ ਜੁੜਿਆ ਹੋਇਆ ਹੈ। ਤਾਂ ਪਿੰਡਾਂ ਦੇ ਵਿੱਚ ਇਹ ਜਿਹੜੀ ਮੂਵ ਹੈ ਹੁਣ ਬਣਨ ਲੱਗੀ ਹੈ। ਵੈਸੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਉਹ ਬੜਾ ਸਾਫ਼ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਭਾਜਪਾ ਦੇ ਆਗੂਆਂ ਨੂੰ ਇੰਟਰ ਨਾ ਹੋਣ ਦਿੱਤਾ ਜਾਵੇ, ਉਹਨਾਂ ਦਾ ਵਿਰੋਧ ਕੀਤਾ ਜਾਵੇ, ਉਹਨਾਂ ਦੇ ਪ੍ਰੋਗਰਾਮ ਨਾ ਹੋਣ ਦਿੱਤੇ ਜਾਣ। ਪਰ ਜਿਹੜੀਆਂ ਦੂਸਰੀਆਂ ਸਿਆਸੀ ਧਿਰਾਂ ਪੰਜਾਬ ਦੀਆਂ, ਉਹਨਾਂ ਦਾ ਵਿਰੋਧ ਜਾਂ ਘੇਰਾਬੰਦੀ ਨਾ ਕੀਤੀ ਜਾਵੇ, ਬਲਕਿ ਉਹਨਾਂ ਨੂੰ ਸਿਰਫ ਸਵਾਲ ਪੁੱਛੇ ਜਾਣ। ਪਰ ਪੰਜਾਬ ਦੇ ਲੋਕ ਇੰਨੇ ਤਪੇ ਹੋਏ ਨੇ, ਪੰਜਾਬ ਦੇ ਲੋਕਾਂ ਦੇ ਇਹ ਅੰਦਰ ਦੀ ਔਖ ਹੈ, ਇਹ ਲੋਕ ਮਨਾਂ ਦਾ ਇੱਕ ਸੰਤਾਪ ਹੈ ਪੁਰਾਣੇ ਦਿਨਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਨੇ ਭੋਗਿਆ। ਤਾਂ ਲੋਕ ਆਪ ਮੁਹਾਰੇ ਪਿੰਡਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਇੱਕੋ ਤੱਕੜੀ ਦੇ ਵਿੱਚ ਤੋਲ ਰਹੇ ਨੇ। ਉਹਨਾਂ ਨੂੰ ਕੋਈ ਫਰਕ ਨਹੀਂ ਲੱਗ ਰਿਹਾ। ਉਹਨਾਂ ਨੂੰ ਲੱਗਦਾ ਕਿ ਖੇਤੀ ਕਾਨੂੰਨਾਂ ਦੀ ਸੱਟ ਜੇ ਭਾਜਪਾ ਨੇ ਮਾਰੀ ਹੈ ਤਾਂ ਬਾਕੀ ਧਿਰਾਂ ਵੀ ਕੱਟਣੀ। ਇਹ ਰੋਹ ਹੈ, ਇਹ ਪ੍ਰਗਟਾ ਨਹੀਂ ਸਿਰਫ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਮੁਖਾਲਫਤ ਚੱਲ ਰਹੀ ਹੈ ਉਹਦਾ ਇੱਕ ਨਿਸ਼ਾਨਦੇਹੀ ਨਹੀਂ ਕਰਦਾ, ਬਲਕਿ ਇਹ ਅੰਦਰ ਦੀ ਔਖ ਹੈ, ਚਿਰਾਂ ਦੀ ਔਖ ਹੈ ਜਿਹੜੀ ਲੋਕਾਂ ਦੇ ਅੰਦਰ ਪਈ ਹੋਈ ਸੀ। ਲੋਕਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਇੱਕ ਦਾਅਵੇ ਦੇ ਤਹਿਤ ਰੱਖਿਆ ਹੋਇਆ ਸੀ ਕਿ ਜਿਹਦਾ ਹੁਣ ਬਾਹਰ ਉਲਾਰ ਹੋ ਰਿਹਾ, ਸਾਡੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ। ਦੇਖਿਆ ਜਾਵੇ ਤਾਂ ਅਸੂਲਨ ਜਿਹੜੀ ਡੈਮੋਕ੍ਰੇਸੀ ਹੈ ਤਾਂ ਉਹ ਤਰਜਮਾਨੀ ਕਰਦੀ ਹੈ ਲੋਕਾਂ ਦੀ ਤਾਕਤ ਦੀ ਜੀ। ਅਸਲ ਜਮਹੂਰੀਅਤ ਤਾਂ ਉਹੀ ਹੁੰਦੀ ਹੈ ਜਿਹਦੇ ਵਿੱਚ ਲੋਕਾਂ ਦੀ ਨਬਜ਼ ਪਹਿਚਾਣ ਕੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖ ਕੇ ਫੈਸਲੇ ਲਏ ਜਾਂਦੇ ਨੇ, ਜਿਹਦੇ ਵਿੱਚ ਅਸਹਿਮਤੀ ਜਾਂ ਵਿਰੋਧੀ ਵਿਚਾਰਾਂ ਦੀ ਉਨੀ ਹੀ ਕਦਰ ਹੁੰਦੀ ਹੈ, ਉਹਨਾਂ ਦਾ ਮਾਨ ਸਨਮਾਨ ਹੁੰਦਾ ਹੈ ਔਰ ਸਵਾਲ ਪੁੱਛੇ ਜਾਣ 'ਤੇ ਕੋਈ ਨੇਤਾ ਜਾਂ ਜਿਹੜੀ ਸਟੇਟ ਹੈ ਉਹ ਭੜਕਦੀ ਨਹੀਂ, ਬਲਕਿ ਉਸ ਨੂੰ ਇੱਜ਼ਤ ਮਾਣ ਦਿੰਦੀ ਹੈਗੀ ਹੈ। ਤਾਂ ਇਹ ਅਸਲੀ ਡੈਮੋਕ੍ਰੇਸੀ ਦਾ ਇਹ ਰੂਪ ਹੁੰਦਾ ਹੈ, ਇਹ ਅਸਲੀ ਡੈਮੋਕ੍ਰੇਸੀ ਦੇ ਮੁੱਢਲੇ ਅਸੂਲ ਹੁੰਦੇ ਨੇ। ਪਰ ਸਾਡੇ ਪੰਜਾਬ ਦੇ ਵਿੱਚ ਕੀ, ਚਾਹੇ ਸਮੁੱਚੇ ਦੇਸ਼ ਦੇ ਵਿੱਚ ਇੱਦਾਂ ਹੋ ਰਿਹਾ, ਪੰਜਾਬ ਦੇ ਵਿੱਚ ਵੀ ਇਹੀ
ਟ੍ਰੈਂਡ ਚੱਲ ਰਿਹਾ ਹੈਗਾ ਕਿ ਉਲਟਾ ਡੈਮੋਕ੍ਰੈਟਿਕ ਸੈਟਅਪ ਨੂੰ ਜਾਂ ਡੈਮੋਕ੍ਰੈਟਿਕ ਵੈਲਿਊਜ਼ ਨੂੰ ਇੱਕ ਮਹਿਦੂਦ ਕਰ ਦਿੱਤਾ ਗਿਆ ਹੈਗਾ, ਬੰਨ੍ਹ ਦਿੱਤਾ ਗਿਆ ਇੱਕ ਦਾਇਰੇ ਦੇ ਵਿੱਚ। ਸਿਰਫ ਲੋਕਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ ਕਿ ਡੈਮੋਕ੍ਰੇਸੀ ਦਾ ਮੀਨਿੰਗ ਹੈ ਜਿਹੜਾ ਸਿਰਫ ਉਹ ਵੋਟਾਂ ਪਾਉਣਾ ਅਤੇ ਵੋਟਾਂ ਦੀ ਗਿਣਤੀ ਕਰਨਾ ਅਤੇ ਸਰਕਾਰ ਬਣਾਉਣ ਤੱਕ ਸੀਮਤ ਹੁੰਦਾ ਹੈ। ਪਰ ਇਹਦਾ ਦਾਇਰਾ ਬੜਾ ਵਿਸ਼ਾਲ ਹੈ ਆਤਿਸ਼। ਸਾਨੂੰ ਸਿਰਫ ਇੰਨਾ ਕੁ ਤਸਵੀਰ ਹੈ ਜਿਹੜੀ ਉਹ ਦਿਖਾਈ ਜਾਂਦੀ ਹੈਗੀ ਹੈ ਕਿ ਇੱਥੇ ਡੈਮੋਕ੍ਰੇਸੀ ਆ ਕੇ ਖਤਮ ਹੋ ਜਾਂਦੀ ਹੈ। ਪਰ ਇਹ ਸਾਡੇ ਲੀਡਰਾਂ ਨੂੰ ਕਿਉਂਕਿ ਬਾਰਾ ਖਾਂਦਾ ਹੈਗਾ, ਪਰ ਹੁਣ ਅਸਲੀ ਤਸਵੀਰ ਹੈ ਜਿਹੜੀ ਉਹ ਲੋਕ ਦਿਖਾ ਰਹੇ ਨੇ। ਸਿਆਸਤਦਾਨ ਹੈ ਜਿਹੜੇ ਪੰਜਾਬ ਦੀਆਂ ਕੰਧਾਂ 'ਤੇ ਜਿਹੜੇ ਪੋਸਟਰ ਲੱਗੇ ਹੈ ਕਿ ਅਸੀਂ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਦਖਲ ਨਹੀਂ ਹੋਣ ਦੇਣਾ ਜੀ, ਤਾਂ ਇਸ ਤੋਂ ਬਹੁਤ ਚਿੰਤਤ ਨੇ। ਚਿੰਤਤ ਇਸ ਕਰਕੇ ਨਹੀਂ ਕਿ ਇਹ ਪੋਸਟਰ ਲੱਗੇ ਨੇ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ, ਚਿੰਤਤ ਇਸ ਕਰਕੇ ਨੇ ਕਿ ਆਉਣ ਵਾਲੇ ਦਿਨਾਂ 'ਚ ਕੀ ਬਣੇਗਾ, ਕਿ ਜਿਹੜੀ ਪਿੰਡਾਂ ਨੂੰ ਇੱਕ ਜਾਗ ਲੱਗ ਰਹੀ ਹੈ। ਜਿਵੇਂ ਕਹਿੰਦੇ ਹੈਗੇ ਨਾ ਪੰਜਾਬੀ 'ਚ ਕਿ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ, ਕਿ ਲੋਕਾਂ ਦੇ ਜਿਹੜੇ ਮਨ ਹੈ ਉਹ ਫਰਟਾਈਲ ਹੋ ਗਏ ਨੇ। ਜਿਨ੍ਹਾਂ ਲੋਕ ਮਨਾਂ ਦੇ ਵਿੱਚ ਅਸੀਂ ਕਦੇ ਹਮੇਸ਼ਾ ਘਾਹ ਹੀ ਉਗਾਇਆ ਸੀਗਾ, ਉਹਨਾਂ 'ਚ ਹੁਣ ਵਿਚਾਰ ਉੱਗ ਰਹੇ ਨੇ। ਜੇ ਲੋਕਾਂ ਦੀ ਸ਼ਕਤੀ ਫਰਟਾਈਲ ਹੋ ਰਹੀ ਹੈ, ਉਪਜਾਊ ਹੋ ਰਹੀ ਹੈ, ਇਸ ਕਰਕੇ ਸਾਡੇ ਨੇਤਾ ਜਿਹੜੇ ਉਹ ਆਤਿਸ਼ ਡਰੇ ਹੋਏ ਨੇ। ਉਹਨਾਂ ਨੂੰ ਲੱਗਦਾ ਹੈ ਕਿ ਅੱਜ ਇਹ ਲੋਕ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਨੂੰ ਸਵਾਲ ਪੁੱਛਣ ਲੱਗੇ ਨੇ। ਕੱਲ੍ਹ ਨੂੰ ਇਹੀ ਲੋਕ ਖੇਤੀ ਕਾਨੂੰਨਾਂ ਦਾ ਨਿਪਟਾਰਾ ਹੋਣ ਤੋਂ ਬਾਅਦ ਇਹ ਰੁਜ਼ਗਾਰ ਦੇ ਮੁੱਦੇ 'ਤੇ ਵੀ ਗੱਲ ਕਰਨਗੇ, ਇਹ ਸਿਹਤ ਦੇ ਮੁੱਦੇ 'ਤੇ ਵੀ ਗੱਲ ਕਰਨਗੇ, ਇਹ ਸਿੱਖਿਆ ਦੇ ਮੁੱਦੇ 'ਤੇ ਵੀ ਗੱਲ ਕਰਨਗੇ। ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਿੰਨੀ ਕੁ ਸਾਡੇ ਹਕੂਮਤਾਂ ਨੇ, ਸਾਡੀਆਂ ਸਟੇਟਾਂ ਨੇ ਜਿਹੜੀ ਲੋਕ ਆਵਾਜ਼ ਨੂੰ ਦਬਾਇਆ ਹੈਗਾ, ਜਿਸ ਤਰ੍ਹਾਂ ਡੈਮੋਕ੍ਰੈਟਿਕ ਸਪੇਸ ਨੂੰ ਘਟਾਇਆ ਹੈਗਾ, ਜਿਸ ਤਰ੍ਹਾਂ ਤਾਨਾਸ਼ਾਹੀ ਸੋਚ ਦਾ ਇੱਕ ਦਾਬਾ ਵਧਿਆ ਹੈਗਾ, ਉਸ ਦੇ ਵਿੱਚ ਲੋਕਾਂ ਨੂੰ ਨਪੀੜ ਕੇ ਰੱਖਿਆ ਗਿਆ ਹੈ। ਲੋਕਾਂ ਨੂੰ ਕਦੇ ਸੋਚਣ ਦਿੱਤੇ ਨਹੀਂ ਗਿਆ ਕਿ ਉਹ ਸਵਾਲ ਵੀ ਪੁੱਛ ਸਕਦੇ ਨੇ। ਚਾਹੀਦਾ ਤਾਂ ਡੈਮੋਕ੍ਰੇਸੀ ਦੇ ਵਿੱਚ ਇਹ ਹੁੰਦਾ ਕਿ ਲੋਕਾਂ ਦਾ ਇਹ ਰਾਈਟ ਹੈ ਕਿ ਉਹ ਆਪਣੇ ਨੇਤਾਵਾਂ ਦੀ, ਆਪਣੇ ਸਿਆਸਤਦਾਨਾਂ ਦੀ ਜਵਾਬਦੇਹੀ ਫਿਕਸ ਕਰਨ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣ। ਇਹ ਤਾਂ ਰੂਟੀਨ 'ਚ ਹੋਣਾ ਚਾਹੀਦਾ ਹੈ। ਪਰ ਸਾਡੇ ਨੇਤਾਵਾਂ ਨੂੰ ਇਸ ਕਰਕੇ ਉਪਰਾ ਲੱਗ ਦਿੱਤਾ ਹੈ ਕਿ ਉਹਨਾਂ ਨੇ ਲੋਕਾਂ ਨੂੰ ਕਦੇ ਖੰਘਣ ਤੱਕ ਨਹੀਂ ਦਿੱਤਾ ਗਿਆ। ਉਹਨਾਂ ਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੇ ਕਾਮਨਰ ਹੈਗੇ ਨੇ ਉਹਨਾਂ ਨੂੰ ਅਸੀਂ ਆਪਣੇ ਬੂਹੇ ਤੋਂ ਅੱਗੇ ਨਹੀਂ ਲੰਘਣ ਦਿੱਤਾ ਸੀ, ਅਤੇ ਉਹ ਅੱਜ ਜ਼ੁਰਤ ਕਰਦੇ ਨੇ ਕਿ ਸਾਡੇ ਕੋਲੋਂ ਸਵਾਲ ਪੁੱਛਦੇ ਨੇ। ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ, ਪਰ ਇਹ ਹਜ਼ਮ ਕਰਨੀ ਪਏਗੀ। ਕਿਉਂਕਿ ਪਿੰਡਾਂ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਵੱਡੀ ਕੋਈ ਇਨਕਲਾਬ ਆ ਜਾਣਾ ਹੈ, ਬਹੁਤ ਵੱਡੀ ਕ੍ਰਾਂਤੀ ਆ ਜਾਣੀ ਹੈ, ਪਰ ਲੋਕਾਂ ਦਾ ਜਾਗਣਾ ਇੱਕ ਚੰਗੀ ਸਵੇਰ ਦਾ ਜਿਹੜਾ ਸਾਨੂੰ ਸੁਨੇਹਾ ਦੇ ਰਿਹਾ ਹੈ, ਇਹ ਅੱਛੀ ਗੱਲ ਹੈਗੀ ਹੈ। ਅਸੀਂ ਮੋਟੇ ਤੌਰ 'ਤੇ ਇੱਕ ਆਤਿਸ਼ ਪਿਛਲੇ 2 ਦਿਨ ਲਾ ਕੇ ਇੱਕ ਅੰਕੜਾ ਤਿਆਰ ਕੀਤਾ ਹੈਗਾ, ਜਿਹਦੇ ਵਿੱਚ ਸਾਨੂੰ ਖਾਸ ਕਰਕੇ ਮਾਝੇ ਨੂੰ ਛੱਡ ਦਿਓ, ਤੁਸੀਂ ਦੁਆਬੇ ਨੂੰ ਛੱਡ ਦਿਓ, ਕਿਉਂਕਿ ਉੱਥੇ ਵੀ ਹੁਣ ਦੁਆਬੇ 'ਚ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਗੰਨਾ ਕਾਸ਼ਤਕਾਰ ਹੈ ਉਹਨਾਂ ਨੇ ਰੇਲਵੇ ਲਾਈਨਾਂ ਘੇਰੀਆਂ ਹੋਈਆਂ ਅਤੇ ਸੜਕਾਂ 'ਤੇ ਬੈਠੇ ਨੇ। ਉਹ ਵੀ ਖਬਰਦਾਰ ਕਰ ਰਹੇ ਨੇ, ਚੌਕਸ ਕਰ ਰਹੇ ਨੇ ਸਾਡੀ ਪੰਜਾਬ ਸਰਕਾਰ ਨੂੰ। ਤਾਂ ਮਾਲਵੇ ਦੇ ਪਿੰਡਾਂ ਦੇ ਵਿੱਚ ਇਹ ਟਰੈਂਡ ਚੱਲਿਆ ਕਿ ਤਕਰੀਬਨ 10 ਤੋਂ ਲੈ ਕੇ 12% ਦੀ ਜਿਹੜੇ ਪਿੰਡ ਹੈ ਉਹਨਾਂ ਦੇ ਵਿੱਚ ਇਹ ਪੋਸਟਰ ਲੱਗ ਚੁੱਕੇ ਨੇ ਕਿ ਕੋਈ ਵੀ ਨੇਤਾ ਸਾਡੇ ਪਿੰਡ ਦੇ ਵਿੱਚ ਨਾ ਆਵੇ। ਜਿੰਨਾ ਚਿਰ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਅਸੀਂ ਕਿਸੇ ਵੀ ਨੇਤਾ ਨੂੰ ਪਿੰਡ ਦੇ ਵਿੱਚ ਪੈਰ ਹੈ ਜਿਹੜਾ ਉਹ ਪਾਉਣ ਨਹੀਂ ਦੇਣਾ। ਮਤੇ ਵੀ ਪਾ ਰਹੀਆਂ, ਕਿਸਾਨ ਯੂਨੀਅਨ ਵੀ ਜਿਹੜੀਆਂ ਪਿੰਡਾਂ ਦੀਆਂ ਇਕਾਈਆਂ ਨੇ ਉਹ ਪਾ ਰਹੀਆਂ ਨੇ, ਪੰਚਾਇਤਾਂ ਪਾ ਰਹੀਆਂ ਨੇ। ਔਰ ਮੋਟਾ ਅੰਕੜਾ ਜਿਹੜਾ ਸਾਹਮਣੇ ਆਇਆ ਕਿ ਮਾਲਵੇ ਦੇ ਜਿਹੜੇ ਆਪਣੇ 8-9 ਜ਼ਿਲ੍ਹੇ ਹੈ ਇਹਨਾਂ ਦੇ ਵਿੱਚ 125 ਦੇ ਕਰੀਬ ਪਿੰਡ ਹੈ ਜਿਹੜੇ ਹੁਣ ਤੱਕ ਇਸ ਕਿਸਮ ਦੇ ਪੋਸਟਰ ਆਪੋ ਆਪਣੇ ਪਿੰਡਾਂ ਦੇ ਵਿੱਚ ਲਾ ਚੁੱਕੇ ਨੇ। ਸਭ ਤੋਂ ਵੱਡੀ ਪਹਿਲ ਕਦਮੀ ਜਿਹਦੇ ਵਿੱਚ ਬਠਿੰਡਾ ਔਰ ਮਾਨਸਾ ਨੇ ਕੀਤੀ ਹੈ। ਬਠਿੰਡਾ ਦੇ ਵਿੱਚ 27 ਪਿੰਡ ਇਹੋ ਜਿਹੇ ਸਨਾਖਤ ਕੀਤੇ ਗਏ ਨੇ ਕਿ ਜਿੱਥੇ ਇਹ ਪੋਸਟਰ ਜੂਹਾਂ ਦੇ ਵਿੱਚ ਪਿੰਡਾਂ ਦੇ ਜਿਹੜੇ ਮੁੱਖ ਦੁਆਰ ਹੈ ਉੱਥੇ ਲੱਗ ਚੁੱਕੇ ਨੇ। ਔਰ ਮਾਨਸਾ ਜ਼ਿਲ੍ਹੇ ਦੇ ਜਿਹੜੇ ਹੈਗੇ ਨੇ 23 ਪਿੰਡ ਇਸ ਕਿਸਮ ਦੇ ਸਾਡੇ ਸਾਹਮਣੇ ਆਏ ਨੇ ਕਿ ਜਿੱਥੇ ਇਹ ਪੋਸਟਰ ਲੱਗੇ ਨੇ ਕਿ ਅਸੀਂ ਤੁਹਾਡਾ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਦੇ ਹਾਂ। ਇਸ ਤਰ੍ਹਾਂ ਬਰਨਾਲੇ ਜ਼ਿਲ੍ਹੇ ਦੇ 15 ਪਿੰਡ ਹੈਗੇ ਨੇ। ਮੋਗੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਇਸ ਕਿਸਮ ਦੇ ਪੋਸਟਰ ਹੈ ਸਾਨੂੰ ਦੇਖਣ ਨੂੰ ਮਿਲ ਰਹੇ ਨੇ। ਇਹ ਆਤਿਸ਼ ਮਹਿਜ਼ ਇੱਕ ਪੋਸਟਰ ਨਹੀਂ ਹੈਗੇ ਨੇ, ਇਹ ਇਕੱਲੇ ਇਹਨੂੰ ਪੋਸਟਰ ਦੇ ਤੌਰ 'ਤੇ ਅਸੀਂ ਪੋਸਟਰ ਦੇ ਤੌਰ 'ਤੇ ਨਹੀਂ ਦੇਖਦੇ। ਸਾਡੇ ਨੇਤਾ ਹੈ ਜਿਹੜੇ ਉਹ ਬੜੇ ਚਲਾਕ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਇਕੱਲੇ ਪੋਸਟਰ ਜਾਂ ਫਲੈਕਸ ਨਹੀਂ ਹੈਗੇ। ਉਹ ਪੰਜਾਬ ਦੀਆਂ ਕੰਧਾਂ 'ਤੇ ਲਿਖਿਆ ਹੁਣ ਪੜ੍ਹ ਚੁੱਕੇ ਨੇ। ਆਉਣ ਵਾਲੇ ਦਿਨਾਂ 'ਚ ਲੱਗਦਾ ਕਿ ਸਾਡੀਆਂ ਜਿਹੜੀਆਂ ਜੇ ਲੋਕਾਂ ਨੂੰ ਸੋਝੀ ਆਏਗੀ, ਲੋਕਾਂ ਦੀ ਸੋਚ ਦਾ ਦੀਵਾ ਜਗੇਗਾ, ਤਾਂ ਸਾਨੂੰ ਇਹ ਲੋਕਾਂ ਨੂੰ ਜਿਹੜਾ ਮੂਰਖ ਬਣਾਉਣਾ ਹੋਰ ਵੀ ਮੁਸ਼ਕਲ ਹੋ ਜਾਏਗਾ। ਇਹਦਾ ਇੱਕ ਵੱਡਾ ਕਾਰਨ ਹੈਗਾ ਕਿ ਜਿਹੜੀ ਚੇਤਨਤਾ ਲੋਕਾਂ ਦੇ ਵਿੱਚ ਆਈ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਲੋਕ ਲਹਿਰ ਚੱਲੀ ਹੈ, ਲੋਕਾਂ ਦਾ ਘੋਲ ਜਿਹੜਾ ਵੱਜਾ ਹੈਗਾ, ਤਾਂ ਉਹਦੀ ਬਦੌਲਤ ਹੈ
ਇੱਕ ਤਾਂ ਉਹਨਾਂ ਨੂੰ ਯੋਗ ਅਗਵਾਈ ਮਿਲ ਗਈ ਹੈ ਲੋਕਾਂ ਨੂੰ, ਦੂਸਰਾ ਲੋਕਾਂ ਦੀ ਏਕਤਾ ਦਾ ਇਹ ਸਬੂਤ ਹੈਗਾ। ਲੋਕਾਂ ਨੂੰ ਪਹਿਲੀ ਵਾਰ ਇਸ ਕਿਸਮ ਦਾ ਅਹਿਸਾਸ ਹੋਇਆ ਹੈ, ਕਿਉਂਕਿ ਨਹੀਂ ਤਾਂ ਸਾਡੇ ਜਿਹੜੇ ਸਿਆਸੀ ਧਿਰਾਂ ਨੇ, ਜਿਹੜੀਆਂ ਸਾਡੀਆਂ ਹਾਕਮ ਨੇ, ਉਹਨਾਂ ਨੇ ਕਦੇ ਅਹਿਸਾਸ ਹੋਣ ਹੀ ਨਹੀਂ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਸਾਰੇ ਮਸਲਿਆਂ ਦਾ ਜਿਹੜਾ ਹੱਲ ਹੈ ਜਾਂ ਸਾਰੇ ਦੁੱਖਾਂ ਦੀ ਜਿਹੜੀ ਦਾਰੂ ਹੈ ਉਹ ਚੋਣਾਂ ਨੇ, ਉਹ MLA ਨੇ, ਉਹ ਵਜ਼ੀਰ ਨੇ, ਉਹ ਮੁੱਖ ਮੰਤਰੀ ਹੈ। ਪਰ ਹੁਣ ਸਮਝ ਪਈ ਹੈ ਲੋਕਾਂ ਨੂੰ ਕਿ ਇਕੱਲੀਆਂ ਚੋਣਾਂ ਨਹੀਂ ਦੁੱਖਾਂ ਦੀ ਦਾਰੂ ਹੋ ਸਕਦੀਆਂ, ਜਿਹੜੀ ਲੋਕਾਂ ਦੀ ਤਾਕਤ ਹੈ ਉਹ ਵੀ ਲੋਕਾਂ ਦੇ ਮਸਲੇ ਹੈ ਜਿਹੜੇ ਉਹ ਹੱਲ ਕਰ ਸਕਦੀ ਹੈ, ਜਿਹਦੀ ਜਿਉਂਦੀ ਜਾਗਦੀ ਮਿਸਾਲ ਸਾਡੇ ਕੋਲੇ ਪੰਜਾਬ ਦੇ ਲੀਡਰ ਹੈ ਜਿਹੜੇ ਉਹ ਇੱਕ ਤਰ੍ਹਾਂ ਦਾ ਮਾਊਂ ਬਣੇ ਹੋਏ ਨੇ ਕਿਸਾਨਾਂ ਦੇ ਅੱਗੇ। ਇਹੀ ਲੀਡਰ ਹੈ ਜਿਹੜੇ ਆਪਾਂ ਦੇਖਦੇ ਰਹੇ ਹਾਂ ਕਿ ਲੋਕਾਂ ਦਾ ਕਿਵੇਂ ਕੁੱਟ ਕਟਾਪਾ ਜਿਹੜੇ ਕਰਦੇ ਰਹੇ ਹੈ, ਰੂਲਿੰਗ ਦੀ ਜਿਹੜੀ ਪੁਲਿਸ ਕਿੱਦਾਂ ਕਰਦੀ ਰਹੀ ਹੈ ਸਾਡੇ। ਹੁਣ ਜਿਹੜੀ ਮੂਵਮੈਂਟ ਹੈ ਇਹ ਸਾਡੇ ਇੱਕ ਤਰ੍ਹਾਂ ਆਪਾਂ ਕਹਿ ਲਈਏ ਕਿ ਲੋਕ ਕਲਚਰ ਦਾ ਇੱਕ ਹਿੱਸਾ ਬਣ ਚੁੱਕੀ ਹੈ। ਸਾਡੇ ਗੀਤ ਸੰਗੀਤ 'ਚ, ਸਾਡੇ ਖੁਸ਼ੀ ਗਮੀ ਦੇ ਵਿੱਚ, ਉਹਦੇ ਵਿੱਚ ਕਿਸਾਨੀ ਦੇ ਜਿਹੜੇ ਗੀਤ ਗਾਏ ਜਾਣ ਲੱਗੇ ਨੇ। ਤਾਂ ਜਿਹੜਾ ਇਹ ਇੱਕ ਚੰਗੀ ਛਾਪ ਪਈ ਹੈ ਇਹ ਹੁਣ ਛੇਤੀ ਮਿਟਣ ਵਾਲੀ ਨਹੀਂ, ਔਰ ਸਿਆਸਤਦਾਨਾਂ ਨੂੰ ਹੁਣ ਇਹ ਫਲੈਕਸਾਂ ਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਪੜ੍ਹਨਾ ਚਾਹੀਦਾ ਹੈ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪਿੰਡਾਂ ਦੇ ਵਿੱਚ ਸਿਆਸਤਦਾਨਾਂ ਦਾ ਵਿਰੋਧ ਹੋ ਰਿਹਾ, ਘਿਰਾਓ ਕੀਤਾ ਜਾ ਰਿਹਾ, ਇਸ ਦੌਰਾਨ ਹੀ ਇੱਕ ਚੀਜ਼ ਦੇਖਣ ਨੂੰ ਆ ਰਹੀ ਹੈ ਵੀ ਕਿ ਜਦੋਂ ਸਿਆਸਤਦਾਨ ਪਿੰਡਾਂ ਵਿੱਚ ਜਾਂਦੇ ਨੇ ਉਦੋਂ ਤਾਂ ਆਪਣਾ ਪਿਛੋਕੜ ਕਿਸਾਨੀ ਨਾਲ ਜੋੜ ਕੇ ਦੱਸਦੇ ਨੇ, ਪਰ ਜਦੋਂ ਉਹਨਾਂ ਦਾ ਵਿਰੋਧ ਹੁੰਦਾ ਉੱਥੇ ਜਾਂ ਘਿਰਾਓ ਕੀਤਾ ਜਾਂਦਾ ਤਾਂ ਉਹ ਘਿਰਾਓ ਕਰਨ ਵਾਲੇ ਲੋਕਾਂ ਨੂੰ ਕਹਿੰਦੇ ਨੇ ਵੀ ਕਿ ਇਹ ਕਿਸਾਨੀ ਨਾਲ ਜੁੜੇ ਹੋਏ ਨਹੀਂ ਹੈ, ਇਹ ਫਲਾਣੀ ਸਿਆਸਤਦਾਨ ਦੇ ਹੈ ਜਾਂ ਸਿਆਸੀ ਪਾਰਟੀ ਨਾਲ ਜੁੜੇ ਹੋਏ ਲੋਕ ਹੈ ਜਾਂ ਫਲਾਣੇ ਵਿਧਾਇਕ ਵੱਲੋਂ ਜਾਂ ਰਾਜਸੀ ਆਗੂ ਵੱਲੋਂ ਭੇਜੇ ਹੋਏ ਲੋਕ ਨੇ। ਇਸ ਨੂੰ ਤੁਸੀਂ ਕਿਵੇਂ ਦੇਖੋ? ਦੇਖੋ, ਇਹ ਤਾਂ ਕੇਂਦਰ ਦੀ ਸਰਕਾਰ ਅਤੇ ਲੀਡਰਸ਼ਿਪ ਨੇ ਤਾਂ ਡੇ ਵਨ ਤੋਂ ਇਹ ਕਹਿ ਰਹੇ ਨੇ ਕਿ ਇਹ ਕਿਸਾਨ ਨਹੀਂ ਜੀ, ਅਤੇ ਅੱਜ ਉਹਨਾਂ ਦੇ ਮੂੰਹ ਬੰਦ ਹੋ ਗਏ ਨੇ। ਜਿਹੜੇ 9 ਮਹੀਨੇ ਪਹਿਲਾਂ ਗਏ ਸੀ ਕਿਸਾਨ ਦਿੱਲੀ ਜੀ, ਉਹ ਵੀ ਉਹੀ ਉਦੋਂ ਸੀ, ਹੁਣ ਵੀ ਉਹੀ ਨੇ ਕਿਸਾਨ ਤਾਂ। ਅਤੇ ਅੱਜ ਉਹਨਾਂ ਨੇ ਸਾਰਾ ਚੀਜ਼ ਪਰਖ ਕੇ ਦੇਖ ਲਈ, ਕਦੇ ਉਹਨਾਂ ਨੂੰ ਕੁਛ ਕਹਿ ਕੇ ਦੇਖ ਲਿਆ, ਕਦੇ ਕੋਈ ਠੱਪਾ ਲਾ ਕੇ ਦੇਖਿਆ, ਕਦੇ ਕੋਈ ਛਾਪ ਛੱਡ ਕੇ ਦੇਖੀ, ਉਹਨਾਂ 'ਤੇ ਕੋਈ ਕੰਮ ਨਹੀਂ ਕੀਤੀ। ਇਸ ਤਰ੍ਹਾਂ ਹੀ ਸਾਡੇ ਪੋਲੀਟੀਕਲ ਪਾਰਟੀਆਂ ਦੇ ਲੋਕ ਜਦੋਂ ਹੁਣ ਉਹਨਾਂ ਦਾ ਕਿਸੇ ਪਿੰਡ ਦੇ ਵਿੱਚ ਘਿਰਾਓ ਹੋ ਜਾਂਦਾ ਹੈਗਾ ਤਾਂ ਉਹ ਕਹਿੰਦੇ ਨੇ ਕਿ ਇਹ ਤਾਂ ਜੀ ਵਿਰੋਧੀ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਭੇਜੇ ਹੋਏ ਬੰਦੇ ਨੇ, ਅਸਲ 'ਚ ਇਹ ਕਿਸਾਨ ਹੈ ਹੀ ਨਹੀਂ। ਉਹ ਅਸਲ 'ਚ ਉਸ ਗੱਲ ਤੋਂ ਬਚਣਾ ਚਾਹੁੰਦੇ ਕਿ ਕਿਸਾਨੀ ਦਾ ਜਿਹੜਾ ਰੋਹ ਹੈ ਉਹ ਸਾਡੇ ਰੂਲਿੰਗ ਦੀਆਂ ਆਪੋਜੀਸ਼ਨ ਦੇ ਖਿਲਾਫ ਨਹੀਂ ਹੈਗੀ। ਇਹ ਤਾਂ ਦੂਸਰੀ ਪਾਰਟੀ ਦੀ ਇੱਕ ਸੋਚੀ ਸਮਝੀ ਚਾਲ ਹੈਗੀ ਹੈ। ਉਹ ਇਹ ਠੱਪਾ ਲਾ ਕੇ ਉਹਨਾਂ ਨੂੰ ਇਹ ਚੀਜ਼ ਦਾ ਬਾਰਾ ਖਾਂਦਾ ਹੈ ਜੀ, ਪਰ ਅਸਲੀਅਤ ਤਾਂ ਲੋਕ ਜਾਣਦੇ ਨੇ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਆਪਣੀ ਯਾਤਰਾ ਜੀਰਾ ਤੋਂ ਸ਼ੁਰੂ ਕੀਤੀ ਹੈ ਤਾਂ ਉਸ ਤੋਂ ਗੁਰੂ ਹਰਸਹਾਏ ਦੇ ਵਿੱਚ ਹਰਨੇਕ ਸਿੰਘ ਲਹਿਰਾ ਨਾਮ ਦੇ ਇੱਕ ਕਿਸਾਨ ਨੇ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤੇ। ਕਦੇ ਸੋਚਿਆ ਜਾ ਸਕਦਾ ਸੀ ਕਿ ਏਡੇ ਵੱਡੇ ਨੇਤਾ ਦੀਆਂ ਅੱਖਾਂ ਚੱਕਾਂ ਪਾ ਕੇ ਕੋਈ ਕਿਸਾਨ ਆਗੂ ਹੈ ਜਿਹੜਾ ਉਹ ਸਵਾਲ ਕਰ ਰਿਹਾ ਹੋਵੇ? ਪਰ ਹੁਣ ਉਸ ਬਾਰੇ ਵੀ ਕਿਹਾ ਜਾ ਰਿਹਾ ਕਿ ਜੋ ਤਾਂ ਕਾਂਗਰਸ ਦਾ ਏਜੰਟ ਸੀਗਾ ਜੀ, ਉਹ ਤਾਂ ਵਿਰੋਧੀ ਪਾਰਟੀਆਂ ਦਾ ਬੰਦਾ ਸੀ। ਮਸਲਾ ਇਹ ਨਹੀਂ ਕਿ ਕੌਣ ਸੀ, ਮਸਲਾ ਇਹ ਹੈ ਕਿ ਉਸ ਵੱਲੋਂ ਰੱਖੇ ਗਏ ਸਵਾਲ ਉਹ ਵਾਜਬ ਸੀ ਜਾਂ ਨਹੀਂ ਸੀ, ਕੀ ਉਹਨਾਂ ਦਾ ਜਵਾਬ ਦੇਣਾ ਬਣਦਾ ਸੀ ਜਾਂ ਨਹੀਂ ਬਣਦਾ ਸੀਗਾ। ਇਕੱਲੇ ਸੁਖਬੀਰ ਬਾਦਲ ਨਹੀਂ, ਹਰਸਿਮਰਤ ਕੌਰ ਬਾਦਲ ਨੂੰ ਵੀ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਵਜੋਤ ਸਿੰਘ ਸਿੱਧੂ ਨੂੰ 2-3 ਥਾਵਾਂ 'ਤੇ ਮੋਗੇ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਦਾ। ਇਸ ਤਰ੍ਹਾਂ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੌਂਗੋਵਾਲ ਦੇ ਵਿੱਚ, ਸਾਧੂ ਸਿੰਘ ਧਰਮਸੋਤ, ਵਿਜੇਂਦਰ ਸਿੰਗਲਾ ਅਤੇ ਅਨੁਰਾਗ ਠਾਕਰ ਨੂੰ ਅੱਜ ਰੋਪੜ ਦੇ ਵਿੱਚ ਆਪਣੀ ਜਿਹੜੀ ਯਾਤਰਾ ਹੈ ਉਹ ਕੈਂਸਲ ਕਰਨੀ ਪੈ ਗਈ ਹੈ। ਤਾਂ ਸਾਰੀਆਂ ਧਿਰਾਂ ਨੂੰ ਇੱਕੋ ਤਰੀਕੇ ਨਾਲ ਸਾਰੇ ਕਿਸਾਨ ਆਗੂ ਲੈ ਰਹੇ ਨੇ। ਇਹ ਠੱਪਾ ਕੋਈ ਵੀ ਲਾਉਣਾ ਕਿ ਇਹ ਜੀ ਕਿਸਾਨ ਨਹੀਂ ਹੈਗੇ, ਇਹ ਤਾਂ ਵਿਰੋਧੀ ਪਾਰਟੀਆਂ ਦੇ ਆਗੂ ਹੈ। ਚਰਨਜੀਤ ਚੰਨੀ ਦੇ ਹਲਕੇ ਦੇ ਵਿੱਚ ਵਿਰੋਧ ਹੋਇਆ, ਜੋ ਨਵਜੋਤ ਸਿੱਧੂ ਗਿਆ ਤਾਂ ਉਹਨੇ ਕਿਹਾ ਜੀ ਇਹ ਸ਼ਰਾਰਤੀ ਅਨਸਰ ਨੇ। ਉਹਦੇ ਸਟੇਟਮੈਂਟ ਵੀ ਅਖਬਾਰਾਂ ਦੇ ਵਿੱਚ ਆਈ ਜੀ, ਪਰਚੇ ਕਰਤੇ ਕਿਸਾਨਾਂ 'ਤੇ। ਦੂਜੇ ਦਿਨ ਜਦੋਂ ਹਲਕੇ ਦੇ ਲੋਕ ਉੱਠ ਕੇ ਖੜੇ ਹੋ ਗਏ ਤਾਂ ਉਹੀ ਚੰਨੀ ਹੈ ਜਿਹੜਾ ਜਿਹਨੇ ਆਪਣਾ ਜਿਹੜਾ ਪੱਤਰ ਲਿਖਿਆ ਪੁਲਿਸ ਨੂੰ ਕਿ ਮੈਨੂੰ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ, ਮੈਂ ਤਾਂ ਪਰਚਾ ਦਰਜ ਕਰਨ ਲਈ ਕਿਹਾ ਨਹੀਂ। ਇਹ ਅਸਲੀ ਲੋਕ ਰਾਜ ਹੈ, ਇਹ ਲੋਕਾਂ ਦੀ ਤਾਕਤ ਹੈ। ਇਹ ਲੋਕਾਂ ਦੀ ਤਾਕਤ ਹੈ ਕਿ ਇੱਕ ਸਿੰਗਲ ਬੰਦਾ ਵੀ ਮੰਤਰੀ ਦੀ ਗੱਡੀ ਨੂੰ ਰੋਕ ਕੇ ਖੜਾ ਹੋ ਜਾਂਦਾ ਹੈ। ਇਹ ਸਿਰਫ ਕਿਸਾਨਾਂ ਦੀ ਯੋਗ ਅਗਵਾਈ ਦੇ ਬਦੌਲਤ ਔਰ ਉਹਨਾਂ ਦੀ ਯੂਨਿਟੀ ਦੇ ਕਰਕੇ ਹੈਗਾ। ਅਸਲ 'ਚ ਇਹ ਕੋਈ ਨਵਾਂ ਕੁਛ ਨਹੀਂ ਹੈਗਾ, ਇਹ ਰਿਫਲੈਕਸ਼ਨ ਹੈ ਜਿਹੜੇ ਨੇਤਾ ਲੋਕ ਅੱਜ ਤੱਕ ਲੋਕਾਂ ਨਾਲ ਕਰਦੇ ਆਏ ਨੇ ਜੀ। ਪੰਜਾਬ ਦੇ ਵਿੱਚ ਕੀ ਹੁੰਦਾ ਰਿਹਾ ਕਿ ਜਦੋਂ ਵੀ ਕੋਈ ਵਿਰੋਧ ਹੁੰਦਾ ਸੀਗਾ ਤਾਂ ਉਹਨਾਂ 'ਤੇ ਲਾਠੀ ਚਾਰਜ ਕਰ ਦਿੱਤਾ ਜਾਂਦਾ ਸੀ, ਉਹਨਾਂ ਨੂੰ ਕਦੇ ਸੁਣਿਆ ਨਹੀਂ ਸੀ ਜਾਂਦਾ, ਸੰਵਾਦ ਤਾਂ ਕਦੇ ਰਚਾਇਆ ਨਹੀਂ ਸੀ ਜਾਂਦਾ। ਜੇ ਤੁਸੀਂ ਆਪਣੀਆਂ ਪਾਲਿਸੀਆਂ, ਆਪਣੇ ਫੈਸਲੇ ਲੋਕਾਂ ਦੀ ਭਾਗੀਦਾਰੀ ਬਣਾ ਕੇ ਲਾਓਗੇ ਤਾਂ ਤੁਹਾਨੂੰ ਇਸ ਕਿਸਮ ਦੀਆਂ ਜਿਹੜੀਆਂ ਰੋਕਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ, ਨਾਅਰੇਬਾਜ਼ੀ ਦਾ ਜਿਹੜਾ ਫੇਸ ਨਹੀਂ ਕਰਨੀ ਪਏਗੀ ਤੁਹਾਨੂੰ। ਪਰ ਜਦੋਂ ਤੁਸੀਂ ਲੋਕਾਂ ਨੂੰ ਮਨਫੀ ਕਰ ਦਿੰਦੇ ਹੋ, ਤੁਸੀਂ ਆਪਣੀਆਂ ਪਗਾਉਂਦੇ ਹੋ ਕਿ ਸਾਨੂੰ ਕਿਹੜੀ ਚੀਜ਼
ਵਾਰਾ ਖਾਂਦੀ ਹੈਗੀ ਹੈ ਤਾਂ ਉਦੋਂ ਵਿਰੋਧ ਉੱਠਦੇ ਨੇ। ਫਿਰ ਤੁਸੀਂ ਸੰਵਾਦ ਦਾ ਰਸਤਾ ਛੱਡ ਦਿੰਦੇ ਹੋ। ਤਾਂ ਲੋਕਾਂ ਨੇ ਤਾਂ ਆਪਣੀ ਗੱਲ ਆਪਣੇ ਰਿਪਰੈਜ਼ੈਂਟੇਟਿਵ ਜਿਹੜਾ ਚੁਣਿਆ ਹੋਇਆ ਹੈ MLA ਉਸ ਨੂੰ ਸੁਣਾਉਣੀ। ਜੇ ਉਹ ਨਹੀਂ ਸੁਣੇਗਾ ਤਾਂ ਮੰਤਰੀ ਨੂੰ ਸੁਣਾਉਣੀ, ਮੰਤਰੀ ਨਹੀਂ ਸੁਣੇਗਾ ਤਾਂ ਮੁੱਖ ਮੰਤਰੀ ਨੂੰ ਸੁਣਾਉਣੇਗਾ। ਸੁੱਖ ਨਾਲ ਮੁੱਖ ਮੰਤਰੀ ਸਾਡਾ ਘਰ ਤੋਂ ਬਾਹਰ ਹੀ ਨਹੀਂ ਨਿਕਲਦਾ, ਤਾਂ ਲੋਕ ਫਿਰ ਕਿੱਥੇ ਜਾਣ। ਬਿਲਕੁਲ। ਤਾਂ ਮੇਰੇ ਚੇਤੇ ਹੈ ਕਿ ਜਦੋਂ ਪਿਛਲੀ ਗੱਠਜੋੜ ਸਰਕਾਰ ਸੀ ਤਾਂ ਬਠਿੰਡਾ ਦੇ ਵਿੱਚ ਇੱਕ ਵਜ਼ੀਰ ਦੇ ਜਦੋਂ ਜਲਸੇ ਕਰਦਾ ਸੀਗਾ ਤਾਂ ਉਹਦੇ 'ਚ ਮਜ਼ਦੂਰਾਂ ਨੇ ਆਪਣਾ ਵਿਖਾਵਾ ਕੀਤਾ ਅਤੇ ਉਹਦਾ ਜਿਹੜਾ ਬ੍ਰਿਗੇਡ ਸੀਗਾ, ਉਸ ਦੀ ਪਾਰਟੀ ਦਾ ਜਿਹੜਾ ਬ੍ਰਿਗੇਡ ਸੀ, ਉਹਨੇ ਬੁਰੀ ਤਰ੍ਹਾਂ ਪਹਿਲਾਂ ਮਜ਼ਦੂਰਾਂ ਨੂੰ ਕੁੱਟਿਆ, ਔਰਤਾਂ ਨੂੰ ਕੁੱਟਿਆ, ਔਰ ਮੁੜ ਕੇ ਉਹਨਾਂ ਨੂੰ ਥਾਣੇ ਦੇ ਵਿੱਚ ਫਿਰ ਜੇਲ੍ਹ ਦੇ ਵਿੱਚ ਭੇਜਿਆ ਜੀ। ਤਾਂ ਮੇਰੀ ਆਪਣੀ ਉਸ ਮੰਤਰੀ ਨਾਲ ਗੱਲ ਹੋਈ ਉਹਨਾਂ ਦਿਨਾਂ ਦੇ ਵਿੱਚ, ਤਾਂ ਉਸਨੇ ਬੜੀ ਸਾਫ਼ ਕਿਹਾ ਕਿ ਜਿਹੜਾ ਬਈ ਬੰਦਾ ਸਾਡੇ ਜਲਸੇ ਦੇ ਵਿੱਚ ਆ ਕੇ ਵਿਰੋਧ ਕਰੇਗਾ, ਸਾਨੂੰ ਝੰਡੀਆਂ ਦਿਖਾਏਗਾ, ਅਸੀਂ ਉਸ ਨੂੰ ਖੰਡ ਨਹੀਂ ਪਾਵਾਂਗੇ, ਅਸੀਂ ਇੱਦਾਂ ਹੀ ਕਰਾਂਗੇ। ਪਿਛਲੀ ਸਰਕਾਰ 'ਚ ਆਪਾਂ ਕਈ ਮੰਤਰੀ ਜਾਂ ਵਿਧਾਇਕ ਵੀ ਨੇ ਕਿ ਖੁਦ ਵੀ ਹੱਥ ਚੱਕ ਲੈਂਦੇ ਸੀ ਜੀ, ਖੁਦ ਵੀ ਆਪਾਂ ਹੱਥ ਜੋ ਮਾਰਦੇ ਰਹੇ ਲੋਕਾਂ 'ਤੇ, ਟੀਚਰਾਂ 'ਤੇ ਅਟੈਕ ਕਰਦੇ ਰਹੇ ਨੇ, ਜੀ। ਹਾਲਾਂਕਿ ਸ਼ੋਭਾ ਨਹੀਂ ਦਿੰਦਾ ਹੈਗਾ। ਤਾਂ ਉਹੀ ਚੀਜ਼ ਹੁਣ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਫੇਸ ਕਰਨੀ ਪੈ ਰਹੀ ਹੈ। ਬਿਲਕੁਲ। ਸਿਆਸਤਦਾਨ ਜਿਹੜਾ ਲੋਕਾਂ ਨਾਲ ਕਰਦੇ ਸੀ, ਹੁਣ ਉਹੀ ਲੋਕ ਹੈ ਉਹ ਉਹਨਾਂ ਨਾਲ ਕਰ ਰਹੇ ਨੇ। ਇਹ ਕੋਈ ਨਵਾਂ ਨਹੀਂ, ਔਰ ਮੈਂ ਤਾਂ ਕਹਿੰਦਾ ਇੱਕ ਚੰਗਾ ਰੁਝਾਨ ਹੈ ਕਿ ਲੋਕ ਜਾਗਦੇ ਰਹਿਣ ਅਤੇ ਲੋਕਾਂ ਨੂੰ ਜਿਹੜੇ ਸਵਾਲ ਹੈ ਜਿਹੜੇ ਇਸ ਕਿਸਮ ਦੇ ਨੇਤਾਵਾਂ ਦੇ ਅੱਗੇ ਰੱਖਦੇ ਰਹਿਣ। ਜੀ ਜੀ ਚਰਨਜੀਤ ਜੀ, ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਪਹਿਲੇ ਦਿਨ ਤੋਂ ਵਿਰੋਧ ਹੋ ਰਿਹਾ। ਉਸ ਵਿਰੋਧ ਨੂੰ ਵੇਖਦਿਆਂ ਹੀ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਜਿਹੜੀ ਹੈ ਲੰਘੇ ਦਿਨ ਮੀਟਿੰਗ ਹੋ ਕੇ ਹਟੀ ਹੈ, ਜਿਨ੍ਹਾਂ ਨੇ ਪੰਜਾਬ 'ਚ ਰਾਜਸੀ ਹਵਾ ਦਾ ਰੁਖ ਜਿਹੜਾ ਹੈਗਾ ਜਾਣ ਲਿਆ ਅਤੇ ਉਹਨਾਂ ਵੱਲੋਂ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਉਹ ਰਣਨੀਤੀ ਕੀ ਆ, ਹੁਣ ਪੰਜਾਬ ਭਾਜਪਾ ਕੀ ਕਰਨ ਜਾ ਰਹੀ ਹੈ? ਦੇਖੋ, ਪਹਿਲਾਂ ਤਾਂ ਇਹ ਸੀਗਾ ਆਤਿਸ਼ ਕਿ ਜਿਸ ਤਰ੍ਹਾਂ ਪੰਜਾਬ ਭਾਜਪਾ ਨੂੰ ਉੱਪਰੋਂ ਹੁਕਮ ਆਉਂਦੇ ਸੀਗੇ, ਉਹਨਾਂ ਨੂੰ ਹੂਬਹੂ ਉਹ ਇੰਪਲੀਮੈਂਟ ਕਰਦੇ ਸੀ। ਜਿਸ ਤਰ੍ਹਾਂ ਦੀ ਪਾਲਿਸੀ ਉੱਪਰ ਬਣਦੀ ਸੀ, ਉਸ ਨੂੰ ਜਿਹੜਾ ਅੱਗੇ ਇਹ ਹਕੀਕਤ ਬਣਾਉਂਦੇ ਸੀਗੇ। ਤੁਹਾਡੇ ਚੇਤੇ ਹੋਏਗੀ ਜਲੰਧਰ ਤੋਂ ਇਨਸਾਫ ਯਾਤਰਾ ਸ਼ੁਰੂ ਕੀਤੀ ਗਈ ਸੀ। ਵਿਜੇ ਸੰਪਲਾ ਜੀ ਵੀ ਪਿੰਡਾਂ ਦੇ ਵਿੱਚ ਧੱਕੇ ਨਾਲ ਜਾਂਦੇ ਸੀ। ਇਹਨਾਂ ਦੇ ਅਸ਼ਵਨੀ ਸ਼ਰਮਾ ਜੀ ਜਿਹੜੇ ਪ੍ਰਧਾਨ ਨੇ, ਉਹ ਵੀ ਸੰਗਰੂਰ ਦੇ ਵਿੱਚ, ਮੋਗਾ ਦੇ ਵਿੱਚ ਬਕਾਇਦਾ ਅਨਾਊਂਸਮੈਂਟ ਕਰਕੇ ਗਏ ਸੀ ਕਿ ਅਸੀਂ ਜਾ ਰਹੇ ਹਾਂ। ਦੇਖੋ, ਇਹ ਗੱਲ ਬਿਲਕੁਲ ਠੀਕ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਹਰ ਕਿਸੇ ਨੂੰ ਰਾਈਟ ਹੈ ਆਪਣੀ ਗੱਲ ਕਹਿਣ ਦਾ, ਪਰ ਜਦੋਂ ਤੁਸੀਂ ਇੱਕ ਵੱਡੀ ਲੁਕਾਈ ਦੇ ਵੱਡੇ ਹਿੱਸੇ ਨਾਲ ਤੁਸੀਂ ਇਸ ਕਿਸਮ ਦੀ ਬੇਇਨਸਾਫੀ ਕਰਦੇ ਹੋ ਤਾਂ ਉਹਨਾਂ ਦਾ ਵੀ ਰਾਈਟ ਹੈ ਕਿ ਉਹ ਆਪਣਾ ਵਿਰੋਧ ਦਰਜ ਕਰਾਉਣ। ਕਿ ਠੀਕ ਹੈ, ਕਿਤੇ ਵੀ ਤੁਸੀਂ ਦੇਖੋ ਕਿ ਵਾਇਲੈਂਟ ਨਹੀਂ ਹੋਏ ਕਿਸਾਨ। ਤਾਂ ਪੰਜਾਬ ਭਾਜਪਾ ਨੇ ਪਿਛਲੇ ਦਿਨਾਂ 'ਚ ਇਹ ਗੱਲ ਮਹਿਸੂਸ ਕੀਤੀ ਹੈ ਕਿ ਕਿਉਂਕਿ ਮੋਸਟਲੀ ਇਹ ਲੋਕ ਹੈ ਜਿਹੜੇ ਕਾਰੋਬਾਰਾਂ ਨਾਲ ਜੁੜੇ ਹੋਏ ਲੋਕ ਹੈ ਜੀ, ਤਾਂ ਇਹ ਸੋਸ਼ਲੀ ਵੀ ਲੋਕਾਂ ਨਾਲ ਟੁੱਟ ਰਹੇ ਸੀਗੇ, ਔਰ ਇਹਨਾਂ ਦੇ ਬਹੁਤ ਸਾਰੇ ਜਿਹੜੇ ਆਗੂ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਰਹੇ ਸੀ ਜਾਂ ਇੱਧਰ ਉੱਧਰ ਜਾ ਰਹੇ ਸੀ, ਚੁੱਪ ਕਰਕੇ ਬੈਠ ਗਏ ਨੇ, ਪਾਰਟੀ ਨੂੰ ਛੱਡ ਰਹੇ ਸੀ। ਤਾਂ ਇਹਨਾਂ ਦੇ ਕੋਰ ਗਰੁੱਪ ਨੇ ਇੱਕ ਨਵਾਂ ਜਿਹੜਾ ਫੈਸਲਾ ਕੀਤਾ ਹੈਗਾ, ਜਿਹਦੇ ਵਿੱਚ ਕੱਲ੍ਹ ਮੀਟਿੰਗ ਇਹਨਾਂ ਨੇ ਕੀਤੀ ਸੀਗੀ, ਜਿਹਦੇ ਵਿੱਚ ਇਹ ਫੈਸਲਾ ਕੀਤਾ ਕਿ ਸਾਨੂੰ ਹੁਣ ਇੱਦਾਂ ਦੇ ਟਕਰਾਓ ਦੇ ਵਿੱਚ ਨਹੀਂ ਪੈਣਾ ਚਾਹੀਦਾ ਜੀ। ਇਹ ਇਹਨਾਂ ਦਾ ਨਵਾਂ ਪੈਂਤੜ ਹੈ ਕਿ ਸਾਨੂੰ ਆਪਣੀ ਜਿੱਦ ਹੈ ਜਿਹੜੀ ਉਹ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿਣਾ ਹੈ। ਪੰਜਾਬ ਨਾਲੋਂ ਟੁੱਟ ਕੇ ਅਸੀਂ ਆਪਣਾ ਜਿਹੜਾ ਪੋਲੀਟੀਕਲ ਫਿਊਚਰ ਹੈ ਉਹ ਨਹੀਂ ਬਣਾ ਸਕਾਂਗੇ ਜੀ। ਤਾਂ ਇਹਨਾਂ ਨੇ ਇੱਕ ਇਹ ਨਵੀਂ ਰਣਨੀਤੀ ਘੜੀ ਹੈ ਕਿ ਹੁਣ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਚੁੱਪ ਚਪੀਤੇ ਆਪਾਂ ਜਿਵੇਂ ਕਹਿ ਦਈਏ ਕਿ ਗੁਪਤ ਮੀਟਿੰਗਾਂ ਕਰੋ ਕਿ ਕਿਸੇ ਨੂੰ ਪਤਾ ਨਾ ਲੱਗੇ, ਨੁੱਕੜ ਮੀਟਿੰਗਾਂ ਕਰੋ। ਇਸ ਕਿਸਮ ਦਾ ਫੈਸਲਾ ਲਿਆ ਕਿ ਵੱਡਾ ਜਿੱਥੇ ਤੁਹਾਨੂੰ ਲੱਗਦਾ ਕਿ ਟਕਰਾਅ ਹੋ ਸਕਦਾ ਜਾਂ ਤੁਹਾਨੂੰ ਲੱਗਦਾ ਕਿ ਕਿਸਾਨਾਂ ਨੇ ਸਾਡਾ ਪ੍ਰੋਗਰਾਮ ਨਹੀਂ ਹੋਣ ਦੇਣਾ, ਉਹ ਪ੍ਰੋਗਰਾਮ ਹੀ ਜਿਹੜਾ ਤੁਸੀਂ ਆਪਣਾ ਕੈਂਸਲ ਕਰ ਦਿਓ, ਅਬਲ ਉਹ ਪ੍ਰੋਗਰਾਮ ਬਣਾਓ ਹੀ ਨਾ ਜੀ। ਮਤਲਬ ਬਿਲਕੁਲ ਹੁਣ ਪੋਲੇ ਪੈ ਗਏ ਨੇ ਜਾਂ ਤਾਂ, ਕਿਉਂਕਿ ਉਹਦੇ ਇੱਕ ਦੋ ਕਾਰਨ ਮੈਂ ਸਮਝਦਾ। ਇੱਕ ਤਾਂ ਇਹ ਹੈ ਕਿ ਲੋਕਲ ਸਪੋਰਟ ਤੁਹਾਨੂੰ ਨਹੀਂ ਮਿਲੀ। ਬਿਲਕੁਲ, ਜੇ ਤੁਸੀਂ ਲੋਕਲ ਸਪੋਰਟ ਨਹੀਂ ਮਿਲੇਗੀ ਤਾਂ ਤੁਸੀਂ ਕਿੰਨਾ ਵੀ ਟਕਰਾਓ, ਕਿਉਂਕਿ ਸ਼ੁਰੂ 'ਚ ਟਕਰਾਓ ਖੜਾ ਕਰਨ ਦਾ ਯਤਨ ਕੀਤਾ ਸੀ ਭਾਜਪਾ ਨੇ, ਤਾਂ ਹੁਣ ਇਹਨਾਂ ਨੂੰ ਪਿੱਛੇ ਹਟਣਾ ਪੈ ਗਿਆ ਕਿਉਂਕਿ ਲੋਕਲ ਸਪੋਰਟ ਬਿਲਕੁਲ ਟੁੱਟ ਗਈ ਇਹਨਾਂ ਨੂੰ। ਦੂਸਰਾ, ਇਹਨਾਂ ਨੂੰ ਲੱਗਾ ਕਿ ਜਦੋਂ ਟਕਰਾਓ ਦੇ ਵਿੱਚ ਇਹ ਆਏ ਨੇ ਤਾਂ ਇਹਨਾਂ ਦੇ ਵਰਕਰ ਹੈ ਜਿਹੜੇ ਡਿਮੋਰਲਾਈਜ਼ ਹੋਏ ਨੇ, ਜਿਹਦੀ ਬਦੌਲਤ ਪਾਰਟੀਆਂ ਵੀ ਦੇਖੋ ਛੱਡ ਰਹੇ ਨੇ ਜਾਂ ਰਿਜ਼ਾਈਨ ਕਰ ਰਹੇ ਨੇ। ਤਾਂ ਇਹਨਾਂ ਨੂੰ ਹੁਣ ਇਹ ਲੱਗਦਾ ਕਿ ਤੁਸੀਂ ਬਾਕੀ ਲੋਕਾਂ ਨੂੰ ਤਾਂ ਬਚਾਉਣ ਵਾਲੀ ਗੱਲ ਛੱਡੋ, ਪਹਿਲਾਂ ਤੁਸੀਂ ਆਪਣਾ ਕਾਡਰ ਬਚਾਓ ਕਿ ਜਿਹੜੇ ਬਚੇ ਨੇ ਇਹ ਨਾ ਹੋਵੇ ਜਿਹੜੇ ਤੁਹਾਨੂੰ ਲੱਗਦਾ ਹੈਗਾ ਕਿ ਇਹ ਭਾਜਪਾ ਛੱਡ ਕੇ ਜਾ ਸਕਦੇ ਆ, ਉਹਨਾਂ ਤੱਕ ਪਹੁੰਚ ਕਰੋ, ਉਹਨਾਂ ਨੂੰ ਮਨਾਓ, ਜਿਹੜੇ ਰੁੱਸੇ ਲੱਗਦੇ ਉਹਨਾਂ ਨੂੰ ਨਾਲ ਲਾਓ। ਤਾਂ ਇਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਦੇਰ ਸਵੇਰ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਣਗੀਆਂ, ਮੰਨ ਲਓ ਕੋਈ ਕੱਲ੍ਹ ਨੂੰ ਖੇਤੀ ਕਾਨੂੰਨਾਂ 'ਤੇ ਕੋਈ ਸੈਂਟਰ ਚੰਗਾ ਫੈਸਲਾ ਲੈ ਲੈਂਦੀ ਹੈ, ਤਾਂ ਅਸੀਂ ਉਹਨਾਂ ਲੋਕਾਂ ਦੇ ਮੂੰਹ ਮੱਥੇ ਫੇਰ ਲੱਗਣਾ ਜੀ ਜਿਨ੍ਹਾਂ ਨਾਲ ਅਸੀਂ ਟਕਰਾਓ ਖੜਾ ਕਰ ਰਹੇ ਹਾਂ। ਤਾਂ ਇਹ ਪੰਜਾਬ ਭਾਜਪਾ ਦੀ ਮਜਬੂਰੀ ਕਹਿ ਲਓ, ਚਾਹੇ ਉਹਨਾਂ ਦੀ ਸਿਆਣਪ ਕਹਿ ਲਓ ਕਿ ਉਹ ਪਹਿਲਾਂ ਜਿਹੜਾ ਇੱਕ ਤਰ੍ਹਾਂ ਦਾ ਸੈਂਟਰ ਦੇ ਪਿੱਛੇ ਲਾ ਕੇ ਇੱਕ ਨੰਗੇ ਧੜ
ਆਪਣੇ ਹੀ ਲੋਕਾਂ ਨਾਲ, ਆਪਣੇ ਹੀ ਕਿਸਾਨਾਂ ਦੇ ਖਿਲਾਫ ਚੱਲੇ ਸੀ, ਉਸ ਤੋਂ ਪਿੱਛੇ ਹਟੇ ਨੇ। ਤਾਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕੀਤੀ ਹੈਗੀ ਹੈ ਕਿ ਪੰਜਾਬ ਹੁਣ ਜਾਗਿਆ ਹੈਗਾ, ਅਤੇ ਇਹ ਜਾਗਣ ਦਾ ਸਹੀ ਟਾਈਮ ਵੀ ਹੈ, ਅਤੇ ਇਹ ਸਹੀ ਮੌਕਾ ਵੀ ਹੈ ਕਿ ਲੋਕ ਆਪਣੇ ਸਿਆਸਤਦਾਨਾਂ ਤੋਂ ਸਵਾਲ ਪੁੱਛਣ, ਅਤੇ ਖਾਸ ਕਰਕੇ ਉਹਨਾਂ ਲੋਕਾਂ ਦੇ ਜਾਗਣ ਦਾ ਖਾਸ ਮੌਕਾ ਹੈ ਜਿਹੜੇ ਲੋਕ ਅੱਜ ਵੀ ਕਿਸੇ ਨਾ ਕਿਸੇ ਪਾਰਟੀ ਦਾ ਝੰਡਾ ਚੱਕ ਕੇ ਉਹਨਾਂ ਦੇ ਹੱਕ ਦੇ ਵਿੱਚ ਨਾਅਰੇ ਮਾਰਦੇ, ਕੋਈ ਸੜਕਾਂ 'ਤੇ ਜਾ ਰਹੇ ਨੇ, ਕੋਈ ਰੈਲੀਆਂ 'ਚ ਜਾ ਰਹੇ ਨੇ। ਪਾਰਟੀ ਚਾਹੇ ਕੋਈ ਵੀ ਹੈ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਲਈ ਅਸੀਂ ਨਾਅਰੇ ਮਾਰ ਰਹੇ ਹਾਂ, ਉਹਨਾਂ ਲੋਕਾਂ ਦੇ ਘਰ ਕਿਤੋਂ ਦੇ ਕਿਤੇ ਪਹੁੰਚ ਗਏ ਨੇ। ਉਹਨਾਂ ਜਿਹੜੇ ਨਾਅਰੇ ਮਾਰ ਰਹੇ ਨੇ, ਲਾ ਰਹੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਅੱਜ ਵੀ ਜਿਹੜੀ ਭੰਗ ਪੁੱਜਦੀ ਹੈਗੀ ਹੈ। ਤਾਂ ਇਹ ਚੰਗੀ ਗੱਲ ਹੈ, ਇੱਕ ਨਵੀਂ ਸਵੇਰ ਆਈ ਹੈ। ਸਿਆਸਤਦਾਨ ਭੁੱਲ ਜਾਣ, ਕੋਈ ਗੱਲ ਨਹੀਂ। ਸਿਆਸਤਦਾਨ ਨਾ ਸੋਚਣ, ਨਾ ਬਦਲਣ, ਕੋਈ ਗੱਲ ਨਹੀਂ। ਅਗਰ ਪੰਜਾਬ ਹੁਣ ਨਾ ਬਦਲਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਹਮੇਸ਼ਾ ਹੀ ਕੋਸਦਾ ਰਹਿਣਗੀਆਂ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਦੱਸਿਆ ਵੀ ਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਨੇ, ਆਪਣੇ ਹੱਕਾਂ ਲਈ ਆਵਾਜ਼ ਚੁੱਕ ਰਹੇ ਨੇ, ਅਤੇ ਹੁਣ ਸਿਆਸਤਦਾਨਾਂ ਨੂੰ ਵੀ ਇਹ ਸਮਝਣਾ ਪਵੇਗਾ ਵੀ ਕਿ ਲੋਕਾਂ ਨੂੰ ਝੂਠੇ ਲਾਰੇ ਜਾਂ ਝੂਠੇ ਵਾਅਦੇ ਕਰਨ ਦੀ ਥਾਂ 'ਤੇ ਲੋਕ ਭਲਾਈ ਦੇ ਜੋ ਅਸਲ ਵਾਅਦੇ ਨੇ ਉਹੀ ਕਰਨੇ ਪੈਣਗੇ, ਅਤੇ ਜੋ ਉਹ ਕਰ ਸਕਦੇ ਨੇ ਉਹੀ ਲੋਕਾਂ ਨੂੰ ਦੱਸਣਾ ਪਵੇਗਾ। ਨਹੀਂ ਤਾਂ ਲੋਕ ਉਹਨਾਂ ਨੂੰ ਜਿਵੇਂ ਹੁਣ ਘੇਰ ਰਹੇ ਨੇ, ਮੁੜ ਘੇਰਨਾ ਵੀ ਜਾਣਦੇ ਨੇ, ਮੁੜ ਆਪਣੀ ਆਵਾਜ਼ ਚੁੱਕਣਾ ਵੀ ਜਾਣਦੇ ਨੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।